धन धन हमारे भाग, घर आया फिर मेरा, सोहे बंक द्वार सगला बन हरा। हर हरा स्वामी सुख गामी, आनंद मंगल रस घना। नवल नवतन नाहु बाला, कवन रसना गुण भना। तेरी सेज सोही देख मोही, सगल सहसा दुख हरा। नानक पयम पै मेरी आस पूरी, मिले स्वामी अपरंपरा। पंज प्याले पंज पीर, छठम पीर बैठा गुर भारी। अर्जन काया पलट कै, मूरत हर गोबिंद सवारी। चली पीढ़ी सोढियाँ, रूप दिखावण वारो वारी। दल भंजन गुर सूरमा, वड जोधा बहु पर उपकारी। सा धरती भई हरियावली, जिथै मेरा सतगुर बैठा आए। से जंत भये हरियावले, जिनी मेरा सतगुर देखिया जाए। धन धन पिता धन धन कुल, धन धन सुजननी, जिन गुरु जनिया माए। धन धन पिता धन धन कुल, धन धन सुजननी, जिन गुरु जनिया माए। परम सत्कारयोग गुरु जी दा खास रूप, गुरु जी दी साजी निवाजी, गुरु प्यारी गुरु खालसा साध संगत जी। बहुत ही वडभागे हो जो साहिब कमाल, मीरान मीर, पीरान पीर, वालिए कुल आलम, सरवरे कायनात, चवर छतर तख्त दे मालिक, हाजर नाजर दसां पातशाहियां जी दे स्वरूप। धन श्री गुरु ग्रंथ साहिब जी महाराज जियां दे दर्शन दीदार करके अपने जीवन दियां इन्हां अमोलक घड़ियां नूं सवासां रूपी पूंजी समेत सफल बनाउणा कर रहे हो। गुरसंगत जी जिस तरह महाराज जियां दे अस्थानां दी नित दी मर्यादा है, चल रही मर्यादा मुताबक हुण समा है जो अज गुरसंगत जी जो मुबारक दिहाड़ा जिस नाल हर एक सिख नूं गुरसंगत जी अपने विरसे दे उत्ते माण होया करदा। सो अज ओह मुबारक दिन है जदों छेवें पातशाह धन श्री गुरु हरगोबिंद साहिब जी महाराज जियां ने गुरसंगत जी आप बाबा बुढ़ा जियां दे बचना सदका पिता धन श्री गुरु अर्जन देव साहिब जी महाराज जियां दे गृह विखे माता गंगा जियां दे उदर तो अवतार धारण करना कीता सी। सो गुरसंगत जी आप समूह संगतां नूं छेवें पातशाह धन श्री गुरु हरगोबिंद साहिब जी महाराज जियां दे प्रकाश पुरब दियां बेअंत बेअंत वधाइयां होण जी। आओ गुरसंगत जी महाराज जियां दे मुबारक इतिहास दे नाल जुड़ना करिए। महाराज जियां दे मुबारक इतिहास दे नाल जुड़न तो पहला कलगीधर पातशाह धन श्री गुरु गोबिंद सिंह साहिब जी महाराज जियां दे असीस रूप बख्शिश रूप फतेह गजा करके महाराज जी दियां खुशियां दे बख्शिशां दे पात्र बनदियां होइयां छेवें पातशाह जियां दे इतिहास दे नाल सांझ पाउणा करिए जी।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਗੁਰਸੰਗਤ ਜੀ, ਜਦੋਂ ਆਪ ਮਾਤਾ ਗੰਗਾ ਜੀਆਂ ਨੇ ਪ੍ਰਿਥੀ ਚੰਦ ਦੀ ਘਰ ਵਾਲੀ ਆਪ ਉਸ ਕਰਮੋਂ ਦੇ ਮੂੰਹ ਤੋਂ ਇਹ ਗੱਲ ਸੁਣਨਾ ਕੀਤੀ ਨਾ ਕਿ ਜਦੋਂ ਆਪ ਸੜ ਬਲ ਕੇ ਕੋਲਾ ਹੋ ਰਹੀ ਹੈ ਕਰਮੋਂ, ਕਿ ਸਾਰੀਆਂ ਵਸਤੂਆਂ ਮਾਤਾ ਗੰਗਾ ਜੀਆਂ ਦੇ ਕੋਲ ਜਾ ਰਹੀਆਂ ਨੇ, ਤੇ ਇਸ ਕਰਮੋਂ ਨੇ ਜਾ ਕਰਕੇ ਪ੍ਰਿਥੀ ਚੰਦ ਨੂੰ ਕਹਿਣਾ ਕੀਤਾ ਕਿ ਬਈ ਜੇ ਤੂੰ ਚੌਥੇ ਪਾਤਸ਼ਾਹ ਜੀਆਂ ਦੀ ਸੇਵਾ ਕੀਤੀ ਹੁੰਦੀ, ਉਹਨਾਂ ਦੇ ਹੁਕਮ ਮੰਨੇ ਹੁੰਦੇ, ਤਾਂ ਇਹ ਜੋ ਸਾਰੀਆਂ ਵਸਤੂਆਂ ਮਾਤਾ ਗੰਗਾ ਜੀਆਂ ਦੇ ਕੋਲ ਹਨ ਉਹ ਸਾਡੇ ਕੋਲ ਹੋਇਆ ਕਰਦੀਆਂ। ਪਰ ਗੁਰਸੰਗਤ ਜੀ, ਆਪ ਇਸ ਪ੍ਰਿਥੀ ਚੰਦ ਨੇ ਕਹਿਣਾ ਕੀਤਾ, ਤੂੰ ਕਿਉਂ ਫਿਕਰ ਕਰਦੀ ਹੈ? ਛੇਵੇਂ ਪਾਤਸ਼ਾਹ ਜੀ ਅਜੇ ਕਿਸੇ ਵੀ ਰੂਪ ਵਿੱਚ ਆਏ ਨਹੀਂ ਹਨ ਮਾਤਾ ਗੰਗਾ ਜੀਆਂ ਦੇ ਕੋਲ, ਭਾਵ ਕਿ ਪੰਜਮ ਪਾਤਸ਼ਾਹ ਜੀਆਂ ਦੇ ਗ੍ਰਹਿ ਵਿਖੇ ਕੋਈ ਸੰਤਾਨ ਨਹੀਂ ਹੈ, ਤੇ ਅਗਲੇ ਹੁਣ ਗੁਰਤਾ ਗੱਦੀ ਤਾਂ ਸਾਡੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ। ਸੋ ਗੁਰਸੰਗਤ ਜੀ, ਆਪ ਇਸ ਤਰ੍ਹਾਂ ਗੂੰਦਾ ਗੁੰਦ ਰਹੇ ਨੇ। ਪ੍ਰਿਥੀ ਚੰਦ ਦੇ ਘਰ ਕੰਮ ਕਰਨ ਵਾਲੀ ਦਾਸੀ ਨੇ ਅਗਾਂਹ ਚੱਲ ਕੇ ਪੰਜਵੇਂ ਪਾਤਸ਼ਾਹ ਜੀਆਂ ਦੇ ਘਰ ਕੰਮ ਕਰਨ ਵਾਲੀ ਦਾਸੀ ਦੇ ਨਾਲ ਇਹ ਬਚਨ ਕਰਨਾ ਕੀਤੇ। ਮਾਤਾ ਗੰਗਾ ਜੀਆਂ ਨੂੰ ਇਹਨਾਂ ਬਚਨਾਂ ਦੀ ਸੂਹ ਪਈ, ਤੇ ਜਦੋਂ ਸੂਹ ਪਤਾ ਲੱਗੀ ਹੈ, ਤੇ ਆਪ ਮਾਤਾ ਗੰਗਾ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਗਏ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਜਾ ਕਰਕੇ ਮਹਾਰਾਜ ਜੀਆਂ ਦੇ ਤਾਈਂ ਬੇਨਤੀ ਕਰਨਾ ਕੀਤੀ ਹੈ ਕਿ ਮਹਾਰਾਜ ਆਪ ਸੰਪੂਰਨ ਪਰਿਵਾਰ ਦੀਆਂ ਭਾਵਨਾਵਾਂ ਨੂੰ ਭਾਗ ਲਗਾਉਂਦੇ ਹੋ, ਸੰਪੂਰਨ ਜਗਤ ਦੀਆਂ ਭਾਵਨਾਵਾਂ ਨੂੰ ਭਾਗ ਲਗਾਉਂਦੇ ਹੋ, ਤੇ ਸਾਡੀ ਭਾਵਨਾ ਨੂੰ ਵੀ ਭਾਗ ਲਗਾਉਣਾ ਕਰੋ। ਗੁਰਸੰਗਤ ਜੀ ਬਹੁਤ ਹੀ ਉਦਾਸ ਚਿੱਤ ਸਨ ਮਾਤਾ ਗੰਗਾ ਜੀ ਉਹਨਾਂ ਸਮਿਆਂ ਦੇ ਵਿੱਚ। ਤਾਂ ਆਪ ਮਾਤਾ ਗੰਗਾ ਜੀਆਂ ਨੇ ਇਹ ਬਚਨ ਪੰਜਮ ਪਾਤਸ਼ਾਹ ਜੀਆਂ ਨੂੰ ਆਖਣਾ ਕੀਤੇ ਕਿ ਬਈ ਸਾਨੂੰ ਵੀ ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਪਰ ਗੁਰਸੰਗਤ ਜੀ, ਮਾਤਾ ਗੰਗਾ ਜੀਆਂ ਨੂੰ ਪੰਜਮ ਪਾਤਸ਼ਾਹ ਜੀਆਂ ਨੇ ਆਖਣਾ ਕੀਤਾ, ਆਪ ਤਿਆਰ ਕਰਕੇ ਭੋਜਨ ਬਾਬਾ ਬੁੱਢਾ ਜੀਆਂ ਦੇ ਕੋਲ ਜਾਣਾ ਕਰੋ, ਰੋਟੀ ਥੋੜੀ ਜੀ ਮੋਟੀ ਰੱਖਣੀ ਹੈ, ਅੰਦਰ ਸੇਵਾ ਭਾਵ ਹੋਵੇ, ਆਪਣਾ ਆਪਾ ਭਾਵ ਨਹੀਂ, ਆਪਾ ਨਹੀਂ ਜਣਾਉਣਾ ਹੁੰਦਾ ਸੇਵਾ ਕਰਦਿਆਂ ਹੋਇਆਂ। ਸੋ ਆਪ ਮੋਟੀ ਰੋਟੀ ਰੱਖ ਕਰਕੇ ਗੰਢੇ, ਅਚਾਰ ਇਤਿਆਦਿਕ ਗੁਰਸੰਗਤ ਜੀ ਨਾਲ ਲੱਸੀ ਲੈ ਕਰਕੇ ਧੂਪ ਦਿਖਾਉਣੀ ਤਾਂ ਕਿ ਸੋਹਣੀ ਸੁਗੰਧੀ ਆਇਆ ਕਰੇ। ਸੋ ਆਪ ਮਾਤਾ ਗੰਗਾ ਜੀ ਇਸੇ ਤਰੀਕੇ ਦੇ ਨਾਲ ਸੁੰਦਰ ਲਿਬਾਸ, ਸਾਦੇ ਲਿਬਾਸ ਪਾ ਕਰਕੇ ਬਾਬਾ ਬੁੱਢਾ ਜੀਆਂ ਦੇ ਕੋਲ ਗਏ ਨੇ। ਤਾਂ ਗੁਰਸੰਗਤ ਜੀ, ਬਾਬਾ ਬੁੱਢਾ ਜੀਆਂ ਨੇ ਜਾ ਕੇ ਦੇਖਣਾ ਕੀਤਾ ਨਾ ਕਿ ਜਦੋਂ ਮਾਤਾ ਗੰਗਾ ਜੀ ਆ ਰਹੇ ਨੇ, ਤੇ ਮਾਤਾ ਗੰਗਾ ਜੀਆਂ ਦੇ ਤਾਈਂ ਬਾਬਾ ਬੁੱਢਾ ਜੀਆਂ ਨੇ ਆਖਣਾ ਕੀਤਾ ਸੀ ਕਿ ਚੰਗੇ ਸਮੇਂ ਆਏ ਹੋ। ਸੋ ਚੰਗੇ ਸਮੇਂ ਆਪ ਆਉਣਾ ਕੀਤੇ ਹੋ, ਸਾਨੂੰ ਭੁੱਖ ਬਹੁਤ ਲੱਗੀ ਹੋਈ ਸੀ, ਸਾਨੂੰ ਭੁੱਖ ਬਹੁਤ ਹੀ ਲੱਗੀ ਹੋਈ ਸੀ। ਸੋ ਆਪ ਬਾਬਾ ਬੁੱਢਾ ਜੀਆਂ ਨੇ ਬਚਨ ਕਹਿਣਾ ਕੀਤੇ, ਤੇ ਉਹ ਜੋ ਗੰਢੇ ਗੁਰਸੰਗਤ ਜੀ ਆਪ ਬਾਬਾ ਬੁੱਢਾ ਜੀਆਂ ਨੇ ਇੱਕ ਗੰਢਾ ਆਪਣੇ ਕਰ ਕਮਲਾਂ ਦੇ ਵਿੱਚ ਲੈ ਕਰਕੇ ਗੰਢੇ ਦੀ ਸਿਰੀ ਨੂੰ ਫੇਂਦਿਆਂ ਹੋਇਆਂ ਆਖਣਾ ਕੀਤਾ ਸੀ ਕਿ ਜਿਸ ਤਰ੍ਹਾਂ ਅਸੀਂ ਇਸ ਗੰਢੇ ਦੀ ਸਿਰੀ ਨੂੰ ਫੇਰ ਰਹੇ ਹਾਂ, ਇਸੇ ਤਰੀਕੇ ਦੇ ਨਾਲ ਆਪ ਜੀਆਂ ਦੇ ਘਰ ਵਿੱਚ ਐਸੇ ਯੋਧੇ ਬਾਲਕ ਪੈਦਾ ਹੋਣਗੇ ਜਿਹੜੇ ਮੁਗਲ ਰਾਜ ਦੀਆਂ ਜੜ੍ਹਾਂ ਨੂੰ ਹਿਲਾ ਕਰਕੇ ਰੱਖ ਦੇਣਗੇ। ਕਿਉਂਕਿ ਗੁਰਸੰਗਤ ਜੀ, ਇਹ ਜੋ ਮੁਗਲ ਰਾਜ ਸੀ ਉਹਨਾਂ ਸਮਿਆਂ ਦੇ ਵਿੱਚ ਧਰਮ ਦੇ ਪੈਰ ਦੇ ਥੱਲੇ ਆਪਣੀ ਜੜ ਨੂੰ ਪੁੱਟ ਰਿਹਾ ਸੀ। ਸੋ ਪੰਜਮ ਪਾਤਸ਼ਾਹ ਜੀਆਂ ਨੂੰ ਇਹਨਾਂ ਨੇ ਸ਼ਹੀਦ ਕਰਨਾ ਕੀਤਾ, ਜਿਨ੍ਹਾਂ ਕਾਰਨਾਂ ਕਰਕੇ ਇਹਨਾਂ ਦੀ ਜੜ ਉਸ ਸਮੇਂ ਪੁੱਟੀ ਗਈ ਜਦੋਂ ਮਹਾਰਾਜ ਜੀਆਂ ਨੇ 4 ਜੰਗਾਂ ਦੇ ਵਿੱਚ ਇਹਨਾਂ ਨੂੰ ਹਰਾਉਣਾ ਕੀਤਾ। ਸੋ ਆਪ ਬਾਬਾ ਬੁੱਢਾ ਜੀਆਂ ਦੇ ਵਰ ਸਦਕਾ ਗੁਰਸੰਗਤ ਜੀ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰੂ ਕੀ ਵਡਾਲੀ ਨਗਰ ਵਿਖੇ ਪਿਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਗ੍ਰਹਿ ਵਿਖੇ
ਮਾਤਾ ਗੰਗਾ ਜੀਆਂ ਦੇ ਉਦਰ ਤੋਂ ਆਪ ਅਵਤਾਰ ਧਾਰਨ ਕਰਨਾ ਕੀਤਾ ਸੀ। ਸੋ ਅਵਤਾਰ ਉਧਰ 6ਵੇਂ ਪਾਤਸ਼ਾਹ ਜੀਆਂ ਨੇ ਧਾਰਨ ਕਰਨਾ ਕੀਤਾ ਹੈ। ਤਾਂ ਗੁਰਸੰਗਤ ਜੀ ਇੱਧਰ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਬਈ ਚੜਿਆ ਹੋਇਆ ਸੂਰਜ ਕਦੀ ਉੱਲੂ ਨੂੰ ਚੰਗਿਆ ਨਹੀਂ ਲੱਗਿਆ ਕਰਦਾ, ਸੋ ਇਸ ਪ੍ਰਿਥੀ ਚੰਦ ਨੂੰ ਵੀ ਗੁਰਸੰਗਤ ਜੀ ਤੇ ਕਰਮੋ ਉਸ ਦੀ ਘਰ ਵਾਲੀ ਦੇ ਵੀ ਹਿਰਦੇ ਜਿਹੜੇ ਸਨ ਉਹ ਮੁਰਝਾ ਗਏ ਜਦੋਂ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਅਵਤਾਰ ਧਾਰਨ ਕਰਨਾ ਕੀਤਾ। ਸੋ ਜਦੋਂ ਅਵਤਾਰ ਧਾਰਿਆ ਸੰਗਤਾਂ ਦੇ ਵਿੱਚ ਤਾਂ ਬਹੁਤ ਖੁਸ਼ੀਆਂ ਮਨਾਈਆਂ ਗਈਆਂ, ਸੰਗਤਾਂ ਦੇ ਵਿੱਚ ਤਾਂ ਆਪ ਬਹੁਤ ਖੁਸ਼ੀਆਂ ਨੇ, ਪਰ ਇਹਨਾਂ ਸਾਰਿਆਂ ਦੇ ਵਿੱਚ ਪ੍ਰਿਥੀ ਚੰਦ ਵਰਗਿਆਂ ਦੇ ਵਿੱਚ ਸੋਗ ਦੀ ਲਹਿਰ ਛਾ ਗਈ। ਸੋ ਐਸੇ ਕਰਮ ਇਸ ਪ੍ਰਿਥੀ ਚੰਦ ਨੇ ਕਰਨਾ ਕੀਤੇ ਕਿ ਪਹਿਲਾਂ ਗੁਰਸੰਗਤ ਜੀ ਆਪ ਇਸ ਨੇ ਮਹਾਰਾਜ ਜੀਆਂ ਨੂੰ ਤਾਂ ਸਮਾਪਤ ਕਰਨ ਦੀ ਆਪਣੇ ਹਿਰਦੇ ਵਿੱਚ ਧਾਰਨਾ ਕੀਤੀ। ਇਸੇ ਗੱਲ ਦੇ ਵਿੱਚ ਪਹਿਲਾ ਵਾਰ ਇਸ ਨੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਉੱਪਰ ਕਰਨਾ ਕੀਤਾ। ਸੋ ਪਹਿਲੇ ਵਾਰ ਦੇ ਵਿੱਚ ਇਸ ਨੇ ਇੱਕ ਦਾਈ ਨੂੰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਜ਼ਹਿਰ ਦੇਣ ਵਾਸਤੇ ਭੇਜਣਾ ਕੀਤਾ। ਪਰ ਗੁਰਸੰਗਤ ਜੀ ਜਦੋਂ ਇਹ ਜ਼ਹਿਰ ਛਕਾਉਣ ਲੱਗੀ ਹੈ ਮਹਾਰਾਜ ਜੀਆਂ ਨੂੰ, ਮਹਾਰਾਜ ਰੋ ਰਹੇ ਨੇ ਤੇ ਸੁਣ ਕਰਕੇ ਪੰਜਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉੱਧਰ ਆ ਗਏ ਨੇ ਤੇ ਉਹ ਦਾਈ ਆਪ ਪੰਜਮ ਪਾਤਸ਼ਾਹ ਜੀਆਂ ਨੂੰ ਦੇਖ ਕਰਕੇ ਘਬਰਾ ਗਈ, ਕੰਬਣ ਲੱਗ ਗਈ ਹੈ ਤੇ ਉਸਨੇ ਆਪ ਸਾਰੀ ਗੱਲ ਜੋ ਸੀ ਉਹ ਪੰਜਮ ਪਾਤਸ਼ਾਹ ਜੀਆਂ ਨੂੰ ਦੱਸਣਾ ਕੀਤੀ ਹੈ। ਸੋ ਜਦੋਂ ਗੁਰਸੰਗਤ ਜੀ ਉਹਨੇ ਜ਼ਹਿਰ ਆਪ ਹੀ ਲੈਣਾ ਕੀਤਾ ਨਾ ਤੇ ਆਪ ਉਸ ਜ਼ਹਿਰ ਦਾ ਅਸਰ ਇੰਨਾ ਤੇਜ਼ ਸੀ ਕਿ ਉਸ ਨੂੰ ਜ਼ਹਿਰ ਨੂੰ ਖਾ ਕੇ ਉਹ ਆਪ ਹੀ ਮਰ ਗਈ। ਸੋ ਦੂਸਰਾ ਗੁਰਸੰਗਤ ਜੀ ਵਾਰ ਇਸ ਪ੍ਰਿਥੀ ਚੰਦ ਨੇ ਕਰਨਾ ਕੀਤਾ ਜਦੋਂ ਬ੍ਰਾਹਮਣ ਨੂੰ ਆਪ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਮਾਪਤ ਕਰਨ ਵਾਸਤੇ ਇੱਕ ਖੀਸੇ ਦੇ ਵਿੱਚ ਜ਼ਹਿਰ ਤੋਂ ਰਹਿਤ ਵਾਲੀ ਮਠਿਆਈ ਤੇ ਇੱਕ ਖੀਸੇ ਦੇ ਵਿੱਚ ਜ਼ਹਿਰ ਵਾਲੀ ਮਠਿਆਈ ਦੇਣਾ ਕੀਤੀ। ਤੇ ਗੁਰਸੰਗਤ ਜੀ ਜਦੋਂ ਆਪ ਇਹ ਮਠਿਆਈ ਛਕਾਣ ਲੱਗਿਆ ਨਾ ਇਹ ਬ੍ਰਾਹਮਣ, ਤਾਂ ਇਸ ਨੂੰ ਭੁੱਲ ਗਿਆ, ਇਸ ਬ੍ਰਾਹਮਣ ਨੂੰ ਭੁੱਲ ਗਿਆ ਕਿ ਬਈ ਕਿਸ ਖੀਸੇ ਦੇ ਵਿੱਚ ਜ਼ਹਿਰ ਵਾਲੀ ਮਠਿਆਈ ਸੀ ਤੇ ਕਿਸ ਖੀਸੇ ਦੇ ਵਿੱਚ ਜ਼ਹਿਰ ਤੋਂ ਰਹਿਤ ਮਠਿਆਈ ਸੀ। ਸੋ ਇਹਨਾਂ ਕਾਰਨਾਂ ਕਰਕੇ ਆਪ ਗੁਰਸੰਗਤ ਜੀ ਇਸ ਨੇ ਜਦੋਂ ਇਸ ਦਾ ਪਾਜ ਉਗੜਿਆ ਤਾਂ ਇਹ ਆਪ ਸੂਲ ਦੇ ਰੋਗ ਦੇ ਨਾਲ ਮਰਨਾ ਹੋਇਆ। ਮਹਾਰਾਜ ਪੰਜਮ ਪਾਤਸ਼ਾਹ ਜੀਆਂ ਨੇ ਵੀ ਬਚਨ ਦਰਜ ਕਰਨਾ ਕੀਤੇ, ਲੇਪ ਨ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਜੀਆਂ ਦੇ ਮਹਾਵਾਕ ਅਨੁਸਾਰ ਸੂਲ ਦੇ ਰੋਗ ਦੇ ਨਾਲ ਮਰਨਾ ਕੀਤਾ, ਕਿਉਂਕਿ ਜਦੋਂ ਗੁਰਸੰਗਤ ਜੀ ਇਹ ਛਕਾਉਣ ਲੱਗਿਆ ਨਾ ਮਹਾਰਾਜ ਜੀਆਂ ਨੂੰ ਇਹ ਮਠਿਆਈ ਛਕਾ ਰਿਹਾ, ਇੱਕ ਤਾਂ ਇਹਨੂੰ ਸੁੱਧ ਬੁੱਧੀ ਭੁੱਲ ਗਈ, ਦੂਸਰਾ ਮਹਾਰਾਜ ਰੋਣ ਲੱਗ ਗਏ ਨੇ। ਜਦੋਂ ਰੋਏ ਨੇ ਗੁਰਸੰਗਤ ਜੀ ਪੰਜਮ ਪਾਤਸ਼ਾਹ ਜੀ ਫੇਰ ਥੱਲੇ ਆਏ ਨੇ ਤੇ ਆਪ ਪੰਜਮ ਪਾਤਸ਼ਾਹ ਜੀਆਂ ਨੂੰ ਦੇਖ ਕਰਕੇ ਇਹ ਬ੍ਰਾਹਮਣ ਆਪ ਕੰਬਣ ਲੱਗ ਗਿਆ। ਸੋ ਜਦੋਂ ਇਹਦਾ ਪਾਜ ਉਗੜਿਆ ਤੇ ਗੁਰਸੰਗਤ ਜੀ ਇਸ ਦੀ ਸੂਲ ਦੇ ਨਾਲ ਮੌਤ ਹੋਈ। ਸੋ ਆਪ ਦੂਸਰਾ ਵਾਰ ਵੀ ਪ੍ਰਿਥੀ ਚੰਦ ਦਾ ਇਸ ਤਰ੍ਹਾਂ ਨਿਫਲ ਗਿਆ। ਤੀਸਰਾ ਵਾਰ ਇਸ ਨੇ ਇੱਕ ਸਪੇਰੇ ਨੂੰ ਭੇਜ ਕਰਕੇ ਆਪ ਮਹਾਰਾਜ ਜੀਆਂ ਨੂੰ ਸਮਾਪਤ ਕਰਵਾਉਣਾ ਚਾਹਿਆ, ਪਰ ਮਹਾਰਾਜ ਜੀਆਂ ਨੇ ਉਸ ਸਪੇਰੇ ਨੂੰ ਧਰਤੀ ਦੇ ਉੱਤੇ ਪਟਕ ਕਰਕੇ, ਉਸ ਸੱਪ ਨੂੰ ਧਰਤੀ ਉੱਤੇ ਪਟਕ ਕਰਕੇ ਉਹਨਾਂ ਸਮਿਆਂ ਦੇ ਵਿੱਚ ਹੀ ਆਪ ਇਸ ਨੂੰ ਖਤਮ ਕਰਨਾ ਕੀਤਾ। ਸੋ ਤੀਸਰੀ ਵਾਰ ਵੀ ਪ੍ਰਿਥੀ ਚੰਦ ਦਾ ਇਹ ਬੇਕਾਰ ਗਿਆ, ਕਿਉਂਕਿ ਗੁਰਸੰਗਤ ਜੀ ਮਹਾਰਾਜ ਜੀਆਂ ਦਾ ਫਰਮਾਨ ਹੈ, ਜਿਸ ਦਾ ਤੂੰ ਰਖਵਾਲਾ ਤਿਸ ਨੂੰ ਮਾਰੇ ਕੌਣ। ਸੋ ਜਿਨ੍ਹਾਂ ਦਾ ਰਖਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਹੋਇਆ ਕਰਨ, ਉਹਨਾਂ ਨੂੰ ਕੌਣ ਮਾਰ ਸਕਦਾ ਏ। ਸਾ ਉਹਨਾਂ ਨੂੰ ਤੇ ਹਰ ਪਾਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਰੱਖਿਆ ਹੁੰਦੀ ਹੈ। ਮਹਾਰਾਜ ਕਹਿੰਦੇ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ। ਸੋ ਜਿਨ੍ਹਾਂ ਨੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਸ਼ਰਨ ਪਕੜੀ ਹੁੰਦੀ ਹੈ, ਸੋ ਉਹ ਕਿਸੇ ਵੀ ਵਿਧੀ ਦੇ ਨਾਲ ਦੁਨੀਆ ਦੇ ਕਿਸੇ ਵੀ ਡਰ ਤੋਂ ਆਪ ਉਹਨਾਂ ਦਾ ਕੁਝ ਬਾਲ ਵੀ ਬਾਂਕਾ ਨਹੀਂ ਹੋ ਸਕਦਾ, ਹਰ ਪਾਸੇ ਤੋਂ ਉਹਨਾਂ ਦੀ ਰੱਖਿਆ ਹੋਇਆ ਕਰਦੀ ਹੈ। ਸੋ ਆਪ ਗੁਰਸੰਗਤ ਜੀ ਤਿੰਨੋਂ ਵਾਰ ਪ੍ਰਿਥੀ ਚੰਦ ਦੇ ਬਿਅਰਥ ਚਲੇ ਗਏ
ਤਾਂ ਗੁਰਸੰਗਤ ਜੀ ਚੌਥੇ ਸਮੇਂ ਦੇ ਵਿੱਚ ਮਹਾਰਾਜ ਜੀਆਂ ਨੂੰ ਸੀਤਲਾ ਦਾ ਰੋਗ ਹੋਇਆ। ਜਦੋਂ ਸੀਤਲਾ ਦਾ ਰੋਗ ਹੋਇਆ, ਮਹਾਰਾਜ ਜੀਆਂ ਨੂੰ ਤਾਪ ਵੀ ਚੜ੍ਹਿਆ। ਕੁਝ ਇੱਕ ਲੋਕਾਂ ਨੇ ਪੰਜਮ ਪਾਤਸ਼ਾਹ ਜੀਆਂ ਨੂੰ ਆਖਣਾ ਕੀਤਾ ਸੀ ਕਿ ਆਪ ਹੁਣ ਦੇਵੀ ਦੀ ਪੂਜਣਾ ਕਰੋ, ਸੀਤਲਾ ਨੂੰ ਪੂਜਣਾ ਕਰੋ। ਪਰ ਪੰਜਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਕਹਿਣਾ ਕੀਤਾ ਕਿ ਇਹ ਤਾਂ ਦੁਨਿਆਵੀ ਰੋਗ ਹੈ, ਇਹ ਦੁਨਿਆਵੀ ਰੋਗ ਤਾਂ ਦੁਨਿਆਵੀ ਦਵਾਈਆਂ ਦੇ ਨਾਲ ਦੂਰ ਹੋ ਸਕਦਾ ਹੈ। ਸੋ ਆਪ ਗੁਰਸੰਗਤ ਜੀ ਮਹਾਰਾਜ ਜੀਆਂ ਨੇ ਉਹਨਾਂ ਲੋਕਾਂ ਦੀ ਗੱਲ ਨਹੀਂ ਮੰਨੀ। ਕੁਝ ਸਮੇਂ ਬਾਅਦ ਛੇਵੇਂ ਪਾਤਸ਼ਾਹ ਜੀਆਂ ਦਾ ਜੋ ਰੋਗ ਸੀ ਉਹ ਦਵਾ ਦਾਰੂ ਦੇ ਨਾਲ ਠੀਕ ਹੋਇਆ। ਮਹਾਰਾਜ ਜੀਆਂ ਨੇ ਸ਼ੁਕਰਾਨੇ ਵਜੋਂ ਬਚਨ ਉਚਾਰਨ ਕਰਨਾ ਕੀਤੇ। ਆਪ ਵੀ ਪੜ੍ਹਨਾ ਕਰਦੇ ਹੋ ਗੁਰਸੰਗਤ ਜੀ, ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਪਈ ਸੇਵ, ਸੀਤਲਾ ਤੇ ਰਾਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਐਸੇ ਬਚਨ ਆਪ ਮਹਾਰਾਜ ਜੀਆਂ ਨੇ ਉਚਾਰਨ ਕਰਨਾ ਕੀਤੇ। ਤਾਪ ਗਵਾਇਆ ਗੁਰਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਹਰ ਗੋਬਿੰਦ ਨਵਾਂ ਨਿਰੋਆ ਜੀਆਂ ਦੇ ਮਹਾਵਾਕ ਅਨੁਸਾਰ ਐਸੇ ਬਚਨ ਉਚਾਰਨ ਕੀਤੇ ਗੁਰਸੰਗਤ ਜੀ। ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਸ਼ੁਕਰਾਨਾ ਕਰਨਾ ਕੀਤਾ। ਸੋ ਆਪ ਛੇਵੇਂ ਪਾਤਸ਼ਾਹ ਜੀਆਂ ਦੀ ਇਸ ਤਰ੍ਹਾਂ ਰੱਖਿਆ ਕਰਨਾ ਕੀਤੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ। ਅਗਾਂਹ ਚੱਲ ਕੇ ਗੁਰਸੰਗਤ ਜੀ ਮਹਾਰਾਜ ਜੀਆਂ ਨੇ ਦੇ 3 ਆਨੰਦ ਕਾਰਜ ਵੀ ਹੋਏ ਨੇ। ਛੇਵੇਂ ਪਾਤਸ਼ਾਹ ਜੀਆਂ ਦੇ ਆਨੰਦ ਕਾਰਜ ਤੋਂ ਪਹਿਲਾਂ ਹੁਣ ਸੰਗਤਾਂ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਜੋ ਪ੍ਰਿਥੀ ਚੰਦ ਹੈ ਉਹ ਮਹਾਰਾਜ ਜੀਆਂ ਦੇ ਹੁਣ ਜਾਣ ਦਾ ਵੀ ਵੈਰੀ ਬਣਿਆ ਪਿਆ ਹੈ। ਸੋ ਇਹਨਾਂ ਕਾਰਨਾਂ ਕਰਕੇ ਸਾਰੀਆਂ ਸੰਗਤਾਂ ਵੀ ਆਪ ਵੈਰੀ ਹੋ ਗਈਆਂ ਉਸ ਪ੍ਰਿਥੀ ਚੰਦ ਦੀਆਂ। ਤੇ ਪ੍ਰਿਥੀ ਚੰਦ ਨੇ ਜਦੋਂ ਦੇਖਣਾ ਕੀਤਾ ਕਿ ਸਾਰੀ ਸੰਗਤ ਸਾਡੀ ਵੈਰੀ ਹੋ ਗਈ ਹੈ ਤਾਂ ਇਹ ਆਪਣੇ ਸਹੁਰੇ ਪਿੰਡ ਹੇਹਰ ਚਲਾ ਗਿਆ, ਜਿੱਥੇ ਇਸਨੇ ਆਪ ਸਰਕਾਰ ਦੇ ਕੋਲੋਂ ਪਿੰਡ ਦੇ ਵਿੱਚ ਜਾਗੀਰ ਦੇ ਰੂਪ ਵਿੱਚ ਥਾਂ ਲਈ ਹੋਈ ਸੀ। ਸੋ ਉੱਥੇ ਜਾ ਕਰਕੇ ਆਪ ਇਹਨੇ ਵਸਣਾ ਕੀਤਾ, ਪਰ ਆਪਣੇ ਕੁਕਰਮਾਂ ਤੋਂ ਉੱਥੇ ਵੀ ਇਹ ਹਟਿਆ ਨਹੀਂ ਹੈ। ਤਾਂ ਆਪ ਗੁਰਸੰਗਤ ਜੀ ਛੇਵੇਂ ਪਾਤਸ਼ਾਹ ਜੀਆਂ ਨੇ ਆਨੰਦ ਕਾਰਜ 3 ਆਨੰਦ ਕਾਰਜ ਮਹਾਰਾਜ ਜੀਆਂ ਦੇ ਹੋਏ ਨੇ। ਪਹਿਲਾ ਆਨੰਦ ਕਾਰਜ ਮਾਤਾ ਦਮੋਦਰੀ ਜੀਆਂ ਦੇ ਨਾਲ, ਦੂਸਰੇ ਆਨੰਦ ਕਾਰਜ ਮਾਤਾ ਨਾਨਕੀ ਜੀਆਂ ਦੇ ਨਾਲ, ਤੀਸਰੇ ਆਨੰਦ ਕਾਰਜ ਜੋ ਹੋਏ ਹਨ ਗੁਰਸੰਗਤ ਜੀ ਉਹ ਆਨੰਦ ਕਾਰਜ ਹਨ ਮਾਤਾ ਮਰਵਾਹੀ ਜੀਆਂ ਦੇ ਨਾਲ। ਪਹਿਲੇ ਆਨੰਦ ਕਾਰਜ ਮਾਤਾ ਦਮੋਦਰੀ ਜੀਆਂ ਦੇ ਨਾਲ ਪਿੰਡ ਡਾਲੇ ਗੁਰਸੰਗਤ ਜੀ ਆਪ ਜਦੋਂ ਸੁਲਤਾਨਪੁਰ ਲੋਧੀ ਜੀਆਂ ਦੀ ਧਰਤੀ ਦੇ ਉੱਤੇ ਜਾਣਾ ਕਰਦੇ ਉਹਨਾਂ ਤੇ ਉਧਰੋਂ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਡਾਲਾ ਨਗਰ ਹਨ। ਸੋ ਡਾਲੇ ਨਗਰ ਜੀਆਂ ਦੇ ਸਥਾਨਾਂ ਦੇ ਉੱਤੇ ਮਾਤਾ ਦਮੋਦਰੀ ਜੀਆਂ ਦੇ ਨਾਲ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਆਨੰਦ ਕਾਰਜ ਹੋਏ ਹਨ। ਸਭ ਤੋਂ ਪਹਿਲਾਂ ਜੋ ਸਿਹਰਾਬੰਦੀ ਦੀ ਰਸਮ ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਜੋ ਕਿ ਗੁਰਸੰਗਤ ਜੀ ਸੁਲਤਾਨਪੁਰ ਲੋਧੀ ਜੀਆਂ ਦੀ ਧਰਤੀ ਦੇ ਉੱਤੇ ਹੀ ਸੁਭਾਏਮਾਨ ਹਨ, ਸੋ ਉੱਥੇ ਹੋਏ ਸਨ। ਆਪ ਪਹਿਲੇ ਆਨੰਦ ਕਾਰਜ ਤੋਂ ਗੁਰਸੰਗਤ ਜੀ 3 ਮਹਾਰਾਜ ਜੀਆਂ ਦੇ ਘਰ ਸੰਤਾਨ ਪੈਦਾ ਹੋਏ। ਪਹਿਲੇ ਬਾਬਾ ਗੁਰਦਿੱਤਾ ਜੀ, ਦੂਸਰੇ ਬਾਬਾ ਅਣੀ ਰਾਏ ਜੀ ਤੇ ਤੀਸਰੇ ਗੁਰਸੰਗਤ ਜੀ ਆਪ ਸਨ ਬੀਬੀ ਵੀਰੋ ਜੀ। ਸੋ ਪਹਿਲੇ ਆਨੰਦ ਕਾਰਜ ਤੋਂ ਬਾਬਾ ਗੁਰਦਿੱਤਾ ਜੀਆਂ ਨੇ, ਬੀਬੀ ਵੀਰੋ ਜੀਆਂ ਨੇ ਤੇ ਬਾਬਾ ਅਣੀ ਰਾਏ ਜੀਆਂ ਨੇ ਆਪ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਆਉਣਾ ਕੀਤਾ। ਸੋ ਦੂਸਰੇ ਆਨੰਦ ਕਾਰਜ ਜੋ ਸਨ ਗੁਰਸੰਗਤ ਜੀ ਆਪ ਮਾਤਾ ਦਮੋਦਰੀ ਜੀਆਂ ਤੋਂ ਬਾਅਦ ਮਾਤਾ ਨਾਨਕੀ ਜੀਆਂ ਦੇ ਨਾਲ ਹੋਏ, ਜਿਨ੍ਹਾਂ ਦੇ ਉਦਰ ਤੋਂ ਆਪ ਬਾਬਾ ਅਟਲ ਰਾਏ ਜੀ ਅਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਸੰਸਾਰ ਦੇ ਵਿੱਚ ਆਉਣਾ ਕੀਤਾ ਹੈ। ਤੀਸਰੇ ਆਨੰਦ ਕਾਰਜ ਦੇ ਵਿੱਚ ਗੁਰਸੰਗਤ ਜੀ ਆਪ ਮਾਤਾ ਮਰਵਾਹੀ ਜੀਆਂ ਦੇ ਨਾਲ ਹੋਏ। ਸੋ ਹੁਣ ਉਧਰੋਂ ਗੁਰਸੰਗਤ ਜੀ ਪੰਜਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਤੁਲ ਹੁਣ ਸਾਰੇ ਵਿਰੋਧੀ ਨੇ। ਪ੍ਰਿਥੀ ਚੰਦ ਉਹਨਾਂ ਦਾ ਵਿਰੋਧੀ ਹੈ ਤੇ ਮੁਗਲ ਸਰਕਾਰ ਉਹਨਾਂ ਦੀ ਵਿਰੋਧੀ ਹੈ। ਇਸ ਮੁਗਲ ਸਰਕਾਰ ਨੇ ਵੀ ਗੁਰਸੰਗਤ ਜੀ ਹੁਣ
ਦੇਖਣਾ ਕਰਨਾ ਕਰ ਰਹੀ ਕਿ ਕਿਸੇ ਤਰੀਕੇ ਦੇ ਨਾਲ ਮਹਾਰਾਜ ਜੀਆਂ ਦੇ ਵਿਰੁੱਧ ਆਪ ਕੋਈ ਐਸਾ ਸਬੂਤ ਮਿਲੇ, ਮੌਕਾ ਮਿਲੇ ਕਿ ਅਸੀਂ ਮਹਾਰਾਜ ਜੀਆਂ ਨੂੰ ਫੜ ਸਕੀਏ। ਸੋ ਇਹਨਾਂ ਨੇ ਗੁਰੂ ਘਰ ਦੇ ਵਿਰੋਧੀਆਂ ਨੇ ਜਦੋਂ ਅਮੀਰ ਖੁਸਰੋ ਨੇ ਜਹਾਂਗੀਰ ਦੀ ਬਗਾਵਤ ਕਰਨਾ ਕੀਤੀ ਤੇ ਬਗਾਵਤ ਕਰਨ ਉਪਰੰਤ ਗੁਰਸੰਗਤ ਜੀ ਇਹਨਾਂ ਨੂੰ ਮੌਕਾ ਮਿਲਿਆ ਕਿ ਪੰਜਮ ਪਾਤਸ਼ਾਹ ਜੀਆਂ ਨੇ ਖੁਸਰੋ ਦੀ ਮਦਦ ਕਰਨਾ ਕੀਤੀ ਹੈ। ਸੋ ਹੁਣ ਉਹ ਲਾਈ ਲੱਗ ਬਾਦਸ਼ਾਹ ਗੁਰਸੰਗਤ ਜੀ ਜੋ ਕਿ ਜਹਾਂਗੀਰ ਸੀ, ਜਹਾਂਗੀਰ ਨੇ ਆਪ ਮਹਾਰਾਜ ਜੀਆਂ ਦੀ ਗ੍ਰਿਫਤਾਰੀ ਦੇ ਹੁਕਮ ਵੀ ਜਾਰੀ ਕਰਨਾ ਕੀਤੇ। ਗ੍ਰਿਫਤਾਰੀ ਦੇ ਹੁਕਮ ਜਾਰੀ ਕਰਨ ਉਪਰੰਤ ਗੁਰਸੰਗਤ ਜੀ ਜਦੋਂ ਮਹਾਰਾਜ ਜੀਆਂ ਨੂੰ ਸੰਪੂਰਨ ਸਾਰੀ ਕਾਰਗੁਜ਼ਾਰੀ ਜਹਾਂਗੀਰ ਦੀ ਜੋ ਪਤਾ ਲੱਗ ਰਹੀ ਹੈ ਤੇ ਆਪ ਬਾਬਾ ਗੁਰਦਿੱਤਾ ਬਾਬਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਬਾਬਾ ਬੁੱਢਾ ਜੀਆਂ ਨੂੰ ਗੁਰਸੰਗਤ ਜੀ ਨਾਲ ਭਾਈ ਗੁਰਦਾਸ ਜੀਆਂ ਦੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਬੁਲਾ ਕਰਕੇ ਜੋ ਗੁਰਤਾ ਗੱਦੀ ਦੀ ਜੋ ਰਸਮ ਹੋਇਆ ਕਰਦੀ ਹੈ ਉਹ ਆਪ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਆਪ ਦੇਣਾ ਕੀਤੇ। ਸੋ ਨਾਲ ਕਹਿਣਾ ਕੀਤਾ ਕਿ ਹੁਣ ਤੱਕ ਜੋ ਸਾਰੇ ਕਾਰਜ ਸਨ ਉਹ ਸਬਰ ਸਿਦਕ ਸੰਤੋਖ ਦੇ ਨਾਲ ਹੋ ਰਹੇ ਨੇ। ਸੋ ਹੁਣ ਆਪ ਇੱਕ ਨਵੀਂ ਰੀਤ ਚਲਾਉਣਾ ਕਰਨੀ ਹੈ। ਆਪ ਦੋ ਤਲਵਾਰਾਂ ਪਹਿਨਣੀਆਂ ਕਰੋ, ਪਹਿਲੀ ਮੀਰੀ ਦੀ ਹੋਵੇਗੀ, ਦੂਸਰੀ ਪੀਰੀ ਦੀ ਹੋਇਆ ਕਰੇਗੀ। ਤਾਂ ਆਪ ਗੁਰਸੰਗਤ ਜੀ ਮਹਾਰਾਜ ਜੀਆਂ ਨੇ ਆਖਣਾ ਕੀਤਾ ਸੀ ਕਿ ਪਹਿਲੇ ਪਾਤਸ਼ਾਹ ਜੀਆਂ ਦਾ ਜੋ ਇਹ ਘਰ ਹੈ ਉਹ ਆਜ਼ਾਦੀ ਅਣਖ ਦਾ ਰਾਖਾ ਰਿਹਾ ਹੈ। ਸੋ ਹੁਣ ਆਉਣ ਵਾਲੇ ਸਮੇਂ ਕੁਝ ਹੋਰ ਨੇ। ਨੇਕੀ ਦਾ ਟਾਕਰਾ ਜੋ ਹੈ ਉਹ ਬਦੀ ਦੇ ਨਾਲ ਹੋਇਆ ਕਰੇਗਾ, ਬਦੀ ਚੜ ਕੇ ਆਵੇਗੀ ਨੇਕੀ ਦੇ ਉੱਤੇ, ਜ਼ਬਰ ਦਾ ਟਾਕਰਾ ਸਬਰ ਦੇ ਨਾਲ ਹੋਵੇਗਾ। ਸੋ ਆਪ ਜ਼ਬਰ ਦਾ ਟਾਕਰਾ ਸਬਰ ਦੇ ਨਾਲ ਕਰਨ ਵਾਸਤੇ ਆਪ ਜੀਆਂ ਨੂੰ ਹੁਣ ਦੋ ਤਲਵਾਰਾਂ ਪਹਿਨਣੀਆਂ ਪੈਣਗੀਆਂ। ਸੋ ਗੁਰਸੰਗਤ ਜੀ ਮਹਾਰਾਜ ਜੀਆਂ ਦਾ ਹੁਕਮ ਪਾ ਕਰਕੇ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਆਪ ਦੋ ਤਲਵਾਰਾਂ ਪਹਿਨਣੀਆਂ ਕੀਤੀਆਂ, ਮੀਰੀ ਅਤੇ ਪੀਰੀ ਦੀ। ਤੇ ਗੁਰਸੰਗਤ ਜੀ ਆਪਣੇ ਸਿੱਖਾਂ ਦੇ ਤਾਈਂ ਉਪਦੇਸ਼ ਦੇਣਾ ਕੀਤਾ, ਸੰਦੇਸ਼ ਦੇਣਾ ਕੀਤਾ ਜਿਹੜਾ ਸਾਡੇ ਵਾਸਤੇ ਸੁੰਦਰ ਘੋੜੇ ਸੁੰਦਰ ਹਥਿਆਰ ਲੈ ਕਰਕੇ ਆਵੇਗਾ ਉਹਨਾਂ ਦੇ ਉੱਪਰ ਸਾਡੀ ਵਿਸ਼ੇਸ਼ ਖੁਸ਼ੀ ਹੋਇਆ ਕਰੇਗੀ। ਸੋ ਗੁਰਸੰਗਤ ਜੀ ਆਪ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਖੁਸ਼ੀਆਂ ਵਾਸਤੇ ਅਨੇਕਾਂ ਹੀ ਸਿੰਘ ਉਹਨਾਂ ਸਮਿਆਂ ਦੇ ਵਿੱਚ ਮਹਾਰਾਜ ਜੀਆਂ ਦੇ ਲਈ ਹਥਿਆਰ ਲੈ ਕਰਕੇ ਆ ਰਹੇ ਨੇ। ਸੋ ਸਮਾਂ ਐਸਾ ਬਣਿਆ ਅਗਾਂਹ ਚੱਲ ਕੇ ਮਹਾਰਾਜ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ 4 ਜੰਗਾਂ ਕਰਨੀਆਂ ਕੀਤੀਆਂ। ਪਹਿਲੀ ਜੰਗ ਜੋ ਸੀ ਉਹ ਲੋਹਗੜ੍ਹ ਜੀਆਂ ਦੀ ਜੰਗ ਸੀ। ਦੂਸਰੀ ਜੰਗ ਗੁਰਸੰਗਤ ਜੀ ਹਰਗੋਬਿੰਦਪੁਰੇ ਜੀਆਂ ਦੀ ਜੰਗ, ਜਦੋਂ ਆਪ ਮਹਾਰਾਜ ਛੇਵੇਂ ਪਾਤਸ਼ਾਹ ਜੀਆਂ ਨੇ ਇਹਨਾਂ ਮੁਗਲਾਂ ਦੇ ਨਾਲ ਜੰਗ ਕਰਨਾ ਕੀਤਾ। ਤੀਸਰੀ ਜੰਗ ਸੀ ਉਹ ਮਹਾਰਾਜ ਨਗਰ ਦੀ ਜੰਗ ਸੀ ਗੁਰਸੰਗਤ ਜੀ, ਜਦੋਂ ਆਪ ਬਾਬਾ ਬਿਧੀ ਚੰਦ ਜੀ ਗੁਰਸੰਗਤ ਜੀ ਆਪ ਮਹਾਰਾਜ ਜੀਆਂ ਦੇ ਜੋ ਘੋੜੇ ਆਪ ਉਸ ਸਮੇਂ ਦੇ ਸ਼ਾਸਕ ਲਾਹੌਰ ਦੇ ਵਿੱਚ ਜਿਸ ਦਾ ਰਾਜ ਸੀ, ਸੋ ਉਸ ਦੇ ਕੋਲੋਂ ਆਪ 2 ਘੋੜੇ ਲੈ ਕਰਕੇ ਆਏ ਸਨ। ਸੋ ਆਪ ਇਹ ਕਾਰਨ ਬਣਿਆ ਗੁਰਸੰਗਤ ਜੀ ਜੋ ਤੀਸਰੀ ਜੰਗ ਮਹਾਰਾਜ ਨਗਰ ਦੇ ਵਿੱਚ ਹੋਈ ਤੇ ਉਸ ਸਮੇਂ ਲਾਹੌਰ ਦੀ ਸੰਗਤ ਜੋ ਸੀ ਆਪ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਵਾਸਤੇ ਆ ਰਹੀ ਹੈ। ਤੇ ਦਰਸ਼ਨ ਕਰਦਿਆਂ ਜੋ ਉਸ ਸਮੇਂ ਲਾਹੌਰ ਦਾ ਸ਼ਾਸਕ ਹੈ ਉਸਨੇ ਦੇਖਣਾ ਕੀਤਾ ਕਿ ਮਹਾਰਾਜ ਜੀਆਂ ਦੀ ਸੇਵਾ ਵਿੱਚ 2 ਸੁੰਦਰ ਘੋੜੇ ਜਾ ਰਹੇ ਨੇ। ਤਾਂ ਇਸ ਨੇ ਲਾਹੌਰ ਦੇ ਸ਼ਾਸਕ ਨੇ ਆਪ ਆਪਣੇ ਤਬੇਲੇ ਦੇ ਵਿੱਚ ਇਹ ਘੋੜੇ ਰੱਖਣਾ ਕੀਤੇ। ਪਰ ਗੁਰਸੰਗਤ ਜੀ ਸੰਗਤ ਦੀ ਜਦੋਂ ਉੱਥੇ ਵਾਹ ਨਹੀਂ ਚੱਲੀ ਤਾਂ ਆਪ ਸਾਰੀ ਸੰਗਤ ਨੇ ਆ ਕਰਕੇ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਆ ਕਰਕੇ ਸਾਰੀ ਵਾਰਤਾ ਦੱਸਣਾ ਕੀਤੀ ਹੈ। ਤਾਂ ਆਪ ਛੇਵੇਂ ਪਾਤਸ਼ਾਹ ਜੀਆਂ ਨੇ ਆਖਣਾ ਕੀਤਾ ਕਿ ਬਿਧੀ ਚੰਦ ਜੀ ਆਪ ਜਾਣਾ ਕਰੋ, ਜਾ ਕਰਕੇ ਘੋੜੇ ਲਿਆਉਣਾ ਕਰੋ। ਸੋ ਗੁਰਸੰਗਤ ਜੀ 2 ਘੋੜੇ ਸਨ
दो घोड़े आप धन श्री गुरु हरगोबिंद साहब जी महाराज जियां दे सिख बाबा बिधि चंद जियां ने लियाउणा कीते। पहला घोड़ा जो सी आप घाही बन करके लै करके आए ने, ते दूसरा जो घोड़ा सी नजूमी बन करके आप बाबा बिधि चंद जी लै करके आए ने। जदों लै करके आए तो गुरसंगत जी छेवें पातशाह धन श्री गुरु हरगोबिंद साहब जी महाराज बहुत खुश होए ने। खुश हो करके बाबा बिधि चंद जियां नूं कहना कीता, विधि चंद छीना गुरु का सीना, ऐसा जो वचन है गुरसंगत जी ऐसे वर देना कीते बाबा बिधि चंद जियां नूं। सो गुरसंगत जी उधरों आप पता लग गया, उस समय दे शासक लाहौर दे विच जो कि वसदा सी उसनूं पता लग गया कि जो दो घोड़े सन वह महाराज जियां दे कोल पहुँच गए ने। तो आप उन्हां घोड़ियां नूं दोबारा लैण वास्ते इसने फौजां चढ़ा करके लियांदियां। गुरसंगत जी उन्हां समयां दे विच छेवें पातशाह धन श्री गुरु हरगोबिंद साहब जी महाराज मराज नगर दे विच सुभाएमान सन। ऐसा बहादरी दे जोहर महाराज जियां दे सिंघां ने दिखाउणा कीते कि गुरसंगत जी ये जो मुगल फौज सी ये नस गई, नखसमी हो चुकी सी ये फौज। सो इस फौज नूं नसना ही पिछे चंगा लग्या। सो गुरसंगत जी तीसरी जंग दे विच भी महाराज जियां दी जित हुई। चौथा जंग जो होया वो करतारपुर साहब जियां दी धरती दे उत्ते होया। काले खां ते पैंदे खां गुरसंगत जी, पैंदे खां वो जिसनों आप छेवें पातशाह धन श्री गुरु हरगोबिंद साहब जी महाराज जियां ने आप पालिया। पर गुरसंगत जी ये महाराज जियां दे आप ऐसे एहसान दी ना यह चलदियां होया सगों महाराज जियां दे उपर फौजां चढ़ा करके लै करके आया। एक पासे गुरसंगत जी 35,000 फौज है मुगलों की, ते 4,000 सिंह ने महाराज जियां दे कोल। सो ऐसी मिसाल, ऐसी असामी लड़ाई जो है वो किधरे मिलती नहीं है। जो ये सिख जगत दे विच ही है जो ऐसियां मिसालां मिलदियां ने। एक पासे चमकौर साहब दा जंग हो रहा है, 10 लाख की फौज है गुरसंगत जी उधरों ते 40 सिंह ने, ते इधर 35,000 की फौज है ते 4,000 सिंह ने। ते आप देखना करो कित्थे 35,000 ते कित्थे 4,000। सो गुरसंगत जी आप महाराज जियां ने इस जंग दे विच उस काले खान उस पैंदे खान भी आप उन्हें समयां दे विच ही जंग विच समाप्त करना कीता। ते जदों आप इस दे अंतम साह बाकी ने ना पैंदे खां दे, ते महाराज जियां ने आखना कीता कि हुण पैंदे खां उस अकाल पुरख वाहिगुरू जियां नूं खुदा नूं याद करना कर। ਤਾਂ आप उस पैंदे खां ने कहना कीता महाराज तुहाडी तलवार ही मेरी खुदा है, मेरे लिए खुदा है। सो गुरसंगत जी आप महाराज जियां ने उस पैंदे खां नूं भी उन्हां समयां दे विच जंग विच ही समाप्त करना कीता। ते करतारपुर साहब जियां दी धरती है वो शहर है जिस नूं आप पंजम पातशाह धन श्री गुरु अर्जन देव साहब जी महाराज जियां ने अपने कर कमलों के नाल वरसाउणा कीता सी। जदों वरसाया गया ते आप गुरसंगत जी एक कारीगर दी जो पग सी ना वो आप मिट्टी दे विच जाके पई है, मिट्टी ते पई है। ते लोकां ने आखना कीता महाराज ये तो बड़ा अपशगुन हो गया। पर महाराज जियां ने कहना कीता एक करतारपुर शहर है, जो इस शहर दे विच आप चंगे प्रेम भाव दे नाल आवेगा ते उस दी तां इस शहर दे विच स्वागत होवेगा। पर जो आप हीण भावना रख करके मंदी भावना रख करके इस शहर दे विच आवेगा वो अपनी पत गवा करके जावेगा। सो गुरसंगत जी हुण ये जो दोनों आप पैंदे खां ते काले खां सन महाराज छेवें पातशाह जियां दे उपर हमला करन वास्ते आए ने। सो अपनी पत गवा करके गए ने। गुरसंगत जी आप छेवें पातशाह जियां ने करतारपुर साहब जियां दी धरती दे उत्ते गुरुद्वारा श्री गंगसर साहब जियां दी धरती उत्ते आप कमर कस्से भी खुलने कीते। ते आप ही गुरसंगत जी वो मुबारक स्थान भी है जिथे पंजम पातशाह
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੇ ਸਿੱਖ ਵਿਸਾਖੀ ਰਾਮ ਜੀਆਂ ਦੀ ਗੁਰਸੰਗਤ ਜੀ, ਜੋ ਕਿ ਉਸ ਦਾ ਖੂਹ ਦੇ ਵਿੱਚ, ਜੋ ਆਪ ਗੰਗਾ ਦੇ ਵਿੱਚ ਡੁੱਬਿਆ ਹੋਇਆ ਗੜਵਾ ਸੀ, ਉਹ ਆਪ ਗੰਗਸਰ ਜੀਆਂ ਦੇ ਖੂਹ ਦੇ ਵਿੱਚੋਂ ਪ੍ਰਗਟ ਕਰਕੇ ਦਿਖਾਉਣਾ ਕੀਤਾ। ਤੇ ਜਿਸ ਖੂਹ ਦੇ ਵਿੱਚ ਆਪ ਗੜਵਾ ਪ੍ਰਗਟ ਕਰਕੇ ਦਿਖਾਇਆ, ਉਹ ਖੂਹ ਦਾ ਨਾਮ ਗੰਗਸਰ ਸਾਹਿਬ ਹੈ ਗੁਰਸੰਗਤ ਜੀ। ਸੋ ਆਪ ਮਹਾਰਾਜ ਜੀਆਂ ਦੇ ਉਹਨਾਂ ਸਥਾਨਾਂ ਦਾ ਨਾਮ ਗੰਗਸਰ ਸਾਹਿਬ ਹੈ। ਸੋ ਆਪ ਮਹਾਰਾਜ ਹੁਣ ਕੀਰਤਪੁਰ ਸਾਹਿਬ ਜੀਆਂ ਦੀ ਧਰਤੀ ਵੱਲ ਨੂੰ ਜਾਣਾ ਕਰ ਰਹੇ ਨੇ। ਧੀਰਮਲ ਨੂੰ ਵੀ ਆਖਣਾ ਕੀਤਾ ਕਿ ਹੁਣ ਤੁਸੀਂ ਵੀ ਕੀਰਤਪੁਰ ਸਾਹਿਬ ਵੱਲ ਚੱਲਣਾ ਕਰੋ, ਪਰ ਗੁਰਸੰਗਤ ਜੀ ਉਸ ਧੀਰਮਲ ਨੇ ਜਾਣਾ ਨਹੀਂ ਕੀਤਾ। ਉਸ ਦਾ ਵਿਚਾਰ ਸੀ ਕਿ ਮਹਾਰਾਜ ਜੀਆਂ ਦੀ ਸਰਕਾਰ ਦੇ ਨਾਲ ਬਣਦੀ ਨਹੀਂ ਹੈ। ਉਹ ਚਾਹੁੰਦਾ ਸੀ ਕਿ ਸਰਕਾਰ ਦੇ ਨਾਲ ਮੇਰੀ ਬਣੇ, ਪਰ ਇਸਨੇ ਗੁਰਸੰਗਤ ਜੀ ਸਰਕਾਰ ਦੇ ਨਾਲ ਤੇ ਆਪਣੀ ਫਿਰ ਬਣਾ ਲਈ, ਪਰ ਉਹ ਕਰਤਾਰ ਦਾ ਰੂਪ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਇਸਨੇ ਬਣਾਉਣੀ ਨਹੀਂ ਕੀਤੀ। ਸੋ ਆਪ ਇਹ ਕਰਤਾਰਪੁਰ ਸਾਹਿਬ ਦੀਆਂ ਦੀ ਧਰਤੀ ਦੇ ਉੱਤੇ ਹੀ ਰਿਹਾ ਹੈ, ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਹੀਂ ਗਿਆ। ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕਰਕੇ ਮਹਾਰਾਜ ਬਿਰਾਜੇ ਨੇ। ਜਦੋਂ ਬਿਰਾਜੇ ਨੇ ਗੁਰਸੰਗਤ ਜੀ, ਕੀਰਤਪੁਰ ਸਾਹਿਬ ਦੀ ਧਰਤੀ ਨੂੰ ਵਧਾਉਣ ਦਾ ਜੋ ਕਾਰਜ ਬਾਬਾ ਗੁਰਦਿੱਤਾ ਜੀਆਂ ਨੂੰ ਲਗਾਇਆ ਗਿਆ। ਸੋ ਬਾਬਾ ਗੁਰਦਿੱਤਾ ਜੀਆਂ ਨੇ ਕੀਰਤਪੁਰ ਸ਼ਹਿਰ ਨੂੰ ਚੰਗੀ ਤਰ੍ਹਾਂ ਵਰਸਾਣਾ ਵੀ ਕੀਤਾ ਹੈ। ਤੇ ਜਦੋਂ ਵਸਾਇਆ ਗਿਆ ਤੇ ਆਪ ਗੁਰਸੰਗਤ ਜੀ ਇੱਕ ਵਾਰ ਜੰਗਲ ਦੇ ਵਿੱਚ ਵਿਚਰਦੇ ਆ, ਆਪ ਬਾਬਾ ਗੁਰਦਿੱਤਾ ਜੀਆਂ ਨੇ ਮੂੰਹੀ ਗਾਂ ਨੂੰ ਜਵਾਉਣਾ ਕੀਤਾ। ਜਦੋਂ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਪਤਾ ਲੱਗਿਆ ਕਿ ਮੂੰਹੀ ਗਾਂ ਨੂੰ ਜਵਾਉਣਾ ਕੀਤਾ ਹੈ, ਤਾਂ ਆਪ ਮਹਾਰਾਜ ਨਾਰਾਜ਼ ਹੋਏ ਨੇ। ਬਾਬਾ ਗੁਰਦਿੱਤਾ ਜੀਆਂ ਦੇ ਤਾਈਂ ਆਖਣਾ ਕੀਤਾ ਕਿ ਅਸੀਂ ਆਪ ਜਾਂ ਤੇ ਤੁਸੀਂ ਇਸ ਸੰਸਾਰ ਦੇ ਵਿੱਚ ਰਹਿ ਸਕਦੇ ਹੋ ਜਾਂ ਅਸੀਂ ਰਹਿ ਸਕਦੇ ਹਾਂ। ਪਿਤਾ ਜੀਆਂ ਦਾ ਹੁਕਮ ਮੰਨ ਕਰਕੇ ਬਾਬਾ ਗੁਰਦਿੱਤਾ ਜੀ ਚਲੇ ਗਏ ਨੇ। ਗੁਰਸੰਗਤ ਜੀ ਬਾਬਾ ਬੁੱਢਣ ਸ਼ਾਹ ਜੀਆਂ ਦੀ ਦਰਗਾਹ ਦੇ ਕੋਲ ਜਾ ਕਰਕੇ ਆਪ ਸੱਚਖੰਡ ਗਮਨ ਕਰਨਾ ਕਰ ਰਹੇ ਨੇ। ਉਧਰ 6ਵੇਂ ਪਾਤਸ਼ਾਹ ਜੀਆਂ ਨੇ ਵੀ ਗੁਰਸੰਗਤ ਜੀ ਜੋ ਪਹਿਲੇ ਜਾਮੇ ਦੇ ਵਿੱਚ ਬਚਨ ਕਰਨਾ ਕੀਤੇ ਸਨ, ਪਹਿਲੇ ਪਾਤਸ਼ਾਹ ਜੀਆਂ ਨੇ ਬਾਬਾ ਬੁੱਢਣ ਸ਼ਾਹ ਜੀਆਂ ਦੇ ਤਾਈਂ ਕਿ ਅਸੀਂ 6ਵੇਂ ਜਾਮੇ ਦੇ ਵਿੱਚ ਆ ਕਰਕੇ ਆਪ ਜੀਆਂ ਤੋਂ ਦੁੱਧ ਛਕਣਾ ਕਰਾਂਗੇ। ਸੋ 6ਵੇਂ ਜਾਮੇ ਦੇ ਵਿੱਚ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਆਪ ਛਕਣਾ ਕੀਤੇ ਨੇ ਦੁੱਧ, ਤੇ ਉਸ ਬਾਬਾ ਬੁੱਢਣ ਸ਼ਾਹ ਜੀਆਂ ਨੂੰ ਨਿਹਾਲ ਕਰਨਾ ਕੀਤਾ। ਸੋ ਆਪ ਗੁਰਸੰਗਤ ਜੀ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ, ਕਿਉਂਕਿ ਮਹਾਰਾਜ ਜੀਆਂ ਦੇ ਨਾਲ ਬਾਬਾ ਬੁੱਢਾ ਜੀ ਉਹ ਵੀ ਸੱਚਖੰਡ ਗਮਨ ਕਰ ਚੁੱਕੇ ਨੇ, ਬਾਬਾ ਬਿਧੀ ਚੰਦ ਜੀ ਉਹ ਵੀ ਸੱਚਖੰਡ ਗਮਨ ਕਰ ਚੁੱਕੇ ਨੇ, ਤੇ ਤੀਸਰੇ ਗੁਰਸੰਗਤ ਜੀ ਭਾਈ ਗੁਰਦਾਸ ਜੀ ਉਹ ਵੀ ਸੱਚਖੰਡ ਗਮਨ ਕਰ ਚੁੱਕੇ ਨੇ। ਹੁਣ ਮਹਾਰਾਜ ਚਾਹੁੰਦੇ ਨੇ ਕਿ ਅਸੀਂ ਵੀ ਸੱਚਖੰਡ ਗਮਨ ਕਰਨਾ ਕਰੀਏ। ਸੋ ਆਪ ਗੁਰਸੰਗਤ ਜੀ ਪਹਿਲਾਂ ਤੇ 6ਵੇਂ ਪਾਤਸ਼ਾਹ ਇੱਕ ਬਾਗ ਦੇ ਵਿੱਚ ਵਿਚਰ ਰਹੇ ਨੇ, ਤਾਂ 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਜੀਆਂ ਨੂੰ ਲੱਭਦਿਆਂ ਦੇਖਦਿਆਂ ਆਪ ਬਾਗ ਦੇ ਵਿੱਚ ਉਹਨਾਂ ਦੇ ਪਿੱਛੇ ਹੀ ਜਾ ਰਹੇ ਨੇ। ਖੁੱਲਾ ਚੋਲਾ ਮਹਾਰਾਜ ਜੀਆਂ ਦਾ। ਸੋ ਖੁੱਲਾ ਚੋਲਾ ਹੋਣ ਦੇ ਕਰਕੇ ਉਹ ਚੋਲਾ ਆਪ ਮਹਾਰਾਜ ਜੀਆਂ ਦਾ ਜੋ ਸੀ ਉਹ ਇੱਕ ਫੁੱਲ ਦੇ ਨਾਲ ਖਹਿ ਗਿਆ। ਸੋ ਉਹ ਫੁੱਲ ਟੁੱਟ ਕੇ ਧਰਤੀ ਦੇ ਉੱਤੇ ਡਿੱਗਿਆ। ਜਦੋਂ ਸਿੱਖ ਨੇ ਆਪ ਜਾਣਨਾ ਕੀਤਾ, ਜਦੋਂ ਮਹਾਰਾਜ ਜੀਆਂ ਨੇ ਪੁੱਛਣਾ ਕੀਤਾ ਕਿ ਫੁੱਲ ਕਿਸ ਤਰ੍ਹਾਂ ਡਿੱਗਿਆ ਹੈ, ਤਾਂ ਸਿੱਖ ਵੱਲੋਂ ਗੁਰਸੰਗਤ ਜੀ ਦੱਸਿਆ ਗਿਆ ਕਿ ਮਹਾਰਾਜ 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਦਰਸ਼ਨ ਵਾਸਤੇ ਆਪ ਜੀਆਂ ਦੇ ਪਿੱਛੇ ਵਾਹ ਉਦਾਹੀ ਬਹੁਤ ਕਾਹਲੀ ਦੇ ਨਾਲ ਆ ਰਹੇ ਸਨ। ਤਾਂ ਆਪ ਉਹਨਾਂ ਦਾ ਚੋਲਾ ਖੁੱਲਾ ਹੋਣ ਕਰਕੇ ਚੋਲਾ ਆਪ ਉਸ ਫੁੱਲ ਦੇ ਨਾਲ ਖਹਿ ਗਿਆ। ਸੋ ਕਾਰਨ ਇਹ ਬਣਿਆ ਕਿ ਉਹ ਫੁੱਲ ਧਰਤੀ ਦੇ ਉੱਤੇ ਟੁੱਟ ਕੇ ਡਿੱਗਿਆ ਏ। ਤਾਂ ਆਪ 6ਵੇਂ ਪਾਤਸ਼ਾਹ ਜੀਆਂ ਨੇ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਨੂੰ ਦੱਸਣਾ ਕੀਤਾ, ਪੁੱਤਰ ਜੀ ਜਦੋਂ ਇਸ ਸੰਸਾਰ ਦੇ ਵਿੱਚ ਵਿਚਰਨਾ ਹੈ ਨਾ, ਤੇ ਇਸ ਤਰ੍ਹਾਂ ਵਿਚਰਨਾ ਕਰੋ ਕਿ ਤੁਹਾਡੇ ਵਿਚਰਨ ਦੇ ਨਾਲ
ਦੂਸਰਿਆਂ ਨੂੰ ਕੋਈ ਕਿਸੇ ਵੀ ਪ੍ਰਕਾਰ ਦਾ ਕਸ਼ਟ ਨਾ ਹੋਵੇ, ਸੋ ਸੰਕੋਚ ਕੇ ਵਿਚਰਨਾ ਕਰੋ। ਮਹਾਰਾਜ ਜੀਆਂ ਨੇ ਐਸੇ ਬਚਨ ਕਹਿਣਾ ਕੀਤੇ। ਸੋ ਉਹਨਾਂ ਸਮਿਆਂ ਤੋਂ ਗੁਰਸੰਗਤ ਜੀ 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੇ ਜੋ ਚੋਲੇ ਸਨ ਉਹ ਸੰਕੋਚਣਾ ਕੀਤੇ। ਜਦੋਂ ਗੁਰਸੰਗਤ ਜੀ ਦੇਖਣਾ ਕੀਤਾ ਨਾ ਕਿ ਆਪ 7ਵੇਂ ਪਾਤਸ਼ਾਹ ਜੀ ਹੁਕਮਾਂ ਨੂੰ ਮੰਨ ਰਹੇ ਨੇ, ਤਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਹੁਤ ਖੁਸ਼ ਹੋਏ ਨੇ। ਤਾਂ ਆਪ ਗੁਰਸੰਗਤ ਜੀ ਗੁਰਤਾ ਗੱਦੀ ਦੀ ਜੋ ਰਸਮ ਸੀ ਅਗਾਂਹ ਚੱਲ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਨੂੰ ਦੇਣਾ ਕੀਤੀ, ਤੇ 7ਵੇਂ ਜਾਮੇ ਦੇ ਵਿੱਚ ਆਪਣੀ ਜੋ ਜੋਤ ਸੀ ਉਹ ਪਾਉਣਾ ਕੀਤੀ ਹੈ। ਗੁਰਸੰਗਤ ਜੀ ਉਧਰੋਂ ਮਾਤਾ ਦਾਮੋਦਰੀ ਜੀ, ਮਾਤਾ ਨਾਨਕੀ ਜੀ ਇਤਿਆਦਿਕ ਸਾਰੇ ਦਰਸ਼ਨ ਕਰਨ ਵਾਸਤੇ ਆਏ ਨੇ। ਮਾਤਾ ਨਾਨਕੀ ਜੀ ਹੁਣ ਥੋੜੇ ਹੋਕੇ ਵੀ ਲੈ ਰਹੇ ਨੇ ਗੁਰਸੰਗਤ ਜੀ, ਕਿਉਂਕਿ ਆਪ 6ਵੇਂ ਪਾਤਸ਼ਾਹ ਜੀ ਨੂੰ ਜਦੋਂ ਪ੍ਰਸ਼ਾਦਾ ਛਕਾ ਰਹੇ ਨੇ ਨਾ ਥੋੜੇ ਹੋਕੇ ਵੀ ਲੈ ਰਹੇ ਨੇ। ਤੇ ਮਹਾਰਾਜ ਜੀਆਂ ਨੇ ਪੁੱਛਣਾ ਹੀ ਕੀਤਾ ਕਿ ਆਪ ਹੋਕੇ ਕਿਉਂ ਲੈਣਾ ਕਰ ਰਹੇ ਹੋ? ਤਾਂ ਆਪ ਕਹਿਣਾ ਕੀਤਾ ਕਿ ਤੇ ਆਪ ਮਾਤਾ ਨਾਨਕੀ ਜੀ ਆਖਣਾ ਕਰ ਰਹੇ ਨੇ, ਮਹਾਰਾਜ ਹੁਣ ਸਾਡੇ ਪੁੱਤਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਕੀ ਬਣੇਗਾ? ਇਹ ਤਾਂ ਪਹਿਲਾਂ ਹੀ ਤਿਆਗ ਦੀ ਮੂਰਤ ਨੇ। ਸੋ ਇਹ ਤਾਂ ਪਹਿਲਾਂ ਹੀ ਤਿਆਗ ਦੀ ਮੂਰਤ ਨੇ, ਉਹਨਾਂ ਦਾ ਬਣੇਗਾ ਕੀ? ਤਾਂ 6ਵੇਂ ਪਾਤਸ਼ਾਹ ਜੀਆਂ ਨੇ ਗੁਰਸੰਗਤ ਜੀ ਕਹਿਣਾ ਕੀਤਾ, ਕਿਉਂਕਿ ਮਾਤਾ ਨਾਨਕੀ ਜੀ ਚਾਹੁੰਦੇ ਸਨ ਉਹ ਵੀ ਗੁਰੂ ਜੀ ਦੇ ਰੂਪ ਵਿੱਚ ਆ ਜਾਣ। ਤਾਂ ਆਪ ਗੁਰਸੰਗਤ ਜੀ 6ਵੇਂ ਪਾਤਸ਼ਾਹ ਜੀਆਂ ਨੇ ਕਹਿਣਾ ਕੀਤਾ, ਇਹ ਵੀ ਨਾਵੇਂ ਰੂਪ ਦੇ ਵਿੱਚ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਗੇ। ਪਰ ਗੁਰਸੰਗਤ ਜੀ ਇਹਦੇ ਵਾਸਤੇ ਉਹਨਾਂ ਨੂੰ ਐਸੇ ਕਾਰਜ ਕਰਨਾ ਪੈਣਗੇ, ਅਜਰ ਨੂੰ ਜਰਨਾ ਪਵੇਗਾ। ਹੁਣ ਅਜਰ ਗੁਰਸੰਗਤ ਜੀ ਆਪਣੇ ਸੀਸ ਨੂੰ ਧੜ ਨਾਲੋਂ ਅਲੱਗਾ ਕਰਵਾ ਦੇਣਾ, ਇਹ ਤਾਂ ਅਜਰ ਹੀ ਹੋਇਆ ਨਾ। ਸੋ ਆਪ ਐਸੇ ਕਾਰਜ ਕਰਨਾ ਕੀਤੇ, ਐਸੇ ਕਾਰਜ ਕਰਨਾ ਕੀਤੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰਸੰਗਤ ਜੀ ਨਿਸ਼ਾਨੀ ਵਜੋਂ ਆਪ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਮਾਤਾ ਨਾਨਕੀ ਜੀਆਂ ਨੂੰ ਜੋ ਨਿਸ਼ਾਨੀਆਂ ਦੇਣੀਆਂ ਕੀਤੀਆਂ, ਉਹਨਾਂ ਦੇ ਵਿੱਚ ਇੱਕ ਰੁਮਾਲ, ਇੱਕ ਕਟਾਰ ਤੇ ਇੱਕ ਪੋਥੀ ਸਾਹਿਬ ਦੇਣਾ ਕੀਤੇ। ਸੋ ਆਪ ਹੁਣ ਮਾਤਾ ਜੀ ਪੁੱਛਣਾ ਕਰ ਰਹੇ, ਮਹਾਰਾਜ ਆਪ ਹੁਣ ਅਸੀਂ ਆਪਣੇ ਪਿੰਡ ਬਕਾਲੇ ਜਾਣਾ ਕਰੀਏ। ਤਾਂ ਆਪ ਮਾਤਾ ਨਾਨਕੀ ਜੀਆਂ ਨੂੰ ਆਗਿਆ ਦੇਣਾ ਕੀਤੀ। 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਉਧਰੋਂ ਗੁਰਸੰਗਤ ਜੀ ਹੁਣ ਮਹਾਰਾਜ ਸੱਚਖੰਡ ਪਿਆਨਾ ਕਰਨ ਲੱਗੇ ਨੇ। ਤੇ ਆਪ ਸੰਪੂਰਨ ਸੰਗਤਾਂ ਨੂੰ ਵੀ ਗੁਰਤਾ ਗੱਦੀ ਦੀ ਰਸਮ ਵੇਲੇ ਬੁਲਾਇਆ ਗਿਆ ਤੇ ਆਖਣਾ ਕੀਤਾ ਸੀ ਕਿ ਮਹਾਰਾਜ ਸੰਗਤ ਵੀ ਆਖਣਾ ਕਰ ਰਹੀ, ਮਹਾਰਾਜ ਹੁਣ ਤੁਹਾਡੇ ਬਿਨਾਂ ਸਾਡਾ ਕੌਣ ਹੋਵੇਗਾ? ਸੰਗਤਾਂ ਦੇ ਮਨ ਦੇ ਵਿੱਚ ਵੀ ਬੜਾ ਵੈਰਾਗ ਹੈ। ਉਧਰੋਂ ਮਾਤਾ ਦਾਮੋਦਰੀ ਜੀ, ਮਾਤਾ ਨਾਨਕੀ ਜੀ ਵੀ ਆਏ ਨੇ। ਮਾਤਾ ਨਾਨਕੀ ਜੀਆਂ ਦੇ ਨਾਲ ਬੀਬੀ ਵੀਰੋ ਜੀ ਵੀ ਆਏ ਨੇ। ਬੀਬੀ ਵੀਰੋ ਜੀਆਂ ਦੇ ਆਪ ਅੱਖਾਂ ਦੇ ਵਿੱਚ ਵੀ ਹੰਝੂ ਨੇ। ਪਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਆਖਣਾ ਕੀਤਾ ਕਿ ਤੁਹਾਨੂੰ ਰੋਣ ਦੀ ਲੋੜ ਨਹੀਂ ਹੈ, ਕਿਉਂਕਿ ਗੁਰਸੰਗਤ ਜੀ ਨਾਮ ਦੇ ਤਾਈਂ ਹੀ ਬੀਬੀ ਵੀਰੋ ਜੀਆਂ ਨੇ ਆਪਣੇ ਉਦਰ ਤੋਂ ਐਸੇ ਸੂਰਮੇ ਪੈਦਾ ਕੀਤੇ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਜਦੋਂ ਜੰਗ ਚੱਲ ਰਹੇ ਸਨ ਮੁਗਲਾਂ ਦੇ ਨਾਲ, ਪਹਾੜੀ ਰਾਜਿਆਂ ਦੇ ਨਾਲ, ਅੱਗੇ ਵੱਧ ਕੇ ਮਹਾਰਾਜ ਜੀਆਂ ਦਾ ਸਾਥ ਦੇਣਾ ਕੀਤਾ। ਸੋ ਆਪ ਬੀਬੀ ਵੀਰੋ ਜੀ ਵੀ ਆਏ ਨੇ, ਗੁਰਸੰਗਤ ਜੀ ਮਾਤਾ ਦਾਮੋਦਰੀ ਜੀ ਵੀ ਆਏ ਨੇ, ਮਾਤਾ ਨਾਨਕੀ ਜੀ ਵੀ ਹਨ। ਤੇ ਆਪ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੱਚਖੰਡ ਪਿਆਨਾ ਕਰਨ ਲੱਗੇ ਨੇ। ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਸੰਗਤ ਵੀ ਸਾਰੀ ਆ ਕੇ ਜੁੜੀ ਹੈ। ਸੰਗਤਾਂ ਦੇ ਮਨ ਦੇ ਵਿੱਚ ਵੀ ਵੈਰਾਗ ਹੈ। ਸੰਗਤ ਵੀ ਆਖਣਾ ਕਰ ਰਹੀ, ਮਹਾਰਾਜ ਸਾਡੇ ਵਾਸਤੇ ਕੋਈ ਉਪਦੇਸ਼ ਦੇਣਾ ਕਰੋ। ਤਾਂ ਆਪ ਗੁਰਸੰਗਤ ਜੀ 6ਵੇਂ ਪਾਤਸ਼ਾਹ ਜੀਆਂ ਨੇ
ਪੰਜਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਉਚਾਰਨ ਕਰਨਾ ਕੀਤੇ, ਜੋ ਕਿ ਆਪ ਮਾਰੂ ਰਾਗ ਜੀਆਂ ਦੇ ਵਿੱਚ ਪੜ੍ਹਨਾ ਕਰਦੇ ਹੋ। ਸੋ ਜੇ ਮੰਗਣਾ ਹੀ ਹੈ ਮਹਾਰਾਜ ਕਹਿੰਦੇ ਤਾਂ ਹਰੀ ਦਾ ਜਸ ਮੰਗਣਾ ਕਰੋ, ਜੇ ਜਾਗਣਾ ਹੀ ਹੈ ਤਾਂ ਪਰਮੇਸ਼ਰ ਦੀ ਕੀਰਤੀ ਸੋਭਾ ਦੇ ਵਿੱਚ ਜਾਗਣਾ ਕਰੋ, ਤਾਂ ਐਸੇ ਜਾਗਣੇ ਨੂੰ ਪ੍ਰਵਾਨ ਹੁੰਦਾ ਹੈ ਗੁਰਸੰਗਤ ਜੀ। ਸੋ ਜਾਗਦੇ ਤਾਂ ਅਸੀਂ ਵੀ ਹਾਂ ਗੁਰਸੰਗਤ ਜੀ, ਰਾਤ ਨੂੰ ਸੌਂ ਕਰਕੇ ਸਵੇਰੇ ਜਾਗ ਲਈਦਾ, ਪਰ ਮਹਾਰਾਜ ਕਹਿੰਦੇ ਉਹ ਜਾਗਣਾ ਅਸਲੀ ਜਾਗਣਾ ਨਹੀਂ। ਅਸਲੀ ਜਾਗਣਾ ਤੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੋਇਆ ਕਰਦਾ। ਇਸ ਸੰਸਾਰ ਦੇ ਵਿੱਚ ਵਿਚਰਨਾ ਤੇ ਪਰਮੇਸ਼ਰ ਦੇ ਨਾਮ ਨੂੰ ਜਪਣਾ, ਐਸਾ ਜਾਗਣਾ ਅਸਲੀ ਜਾਗਣਾ ਹੈ, ਨਹੀਂ ਤਾਂ ਤੇ ਬਾਕੀ ਸਾਰੇ ਜਾਗੇ ਹੋਏ ਵੀ ਸੁੱਤੇ ਨੇ। ਸੋ ਆਪ ਮਹਾਰਾਜ ਕਹਿਣਾ ਕਰ ਰਹੇ ਹਨ ਕਿ ਆਪ ਪਰਮੇਸ਼ਰ ਦੀ ਕੀਰਤੀ ਕਰਨਾ ਕਰੋ, ਪਰਮੇਸ਼ਰ ਦੀ ਸੋਭਾ ਕਰਨਾ ਕਰੋ। ਸੋ ਐਸਾ ਉਪਦੇਸ਼ ਮਹਾਰਾਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਦੇਣਾ ਕੀਤੇ ਨੇ ਆਪਣੀ ਸੰਗਤ ਨੂੰ। ਗੁਰਸੰਗਤ ਜੀ ਪਿਆਰ ਮਹਾਰਾਜ ਜੀਆਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਵੀ ਕਰਨਾ ਕੀਤਾ। ਜਦੋਂ ਗੁਰਸੰਗਤ ਜੀ ਦੇਖਣਾ ਕੀਤਾ ਨਾ ਮਾਤਾ ਨਾਨਕੀ ਜੀਆਂ ਨੇ ਕਿ ਪਿਆਰ ਬਹੁਤ ਕਰਦੇ ਨੇ, ਤਾਂ ਇੱਕ ਵਾਰੀ ਪੁੱਛ ਲੈਣਾ ਕੀਤਾ ਕਿ ਮਹਾਰਾਜ ਇਹ ਆਪ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਬਹੁਤਾ ਪਿਆਰ ਕਿਉਂ ਕਰਨਾ ਕਰਦੇ ਹੋ? ਤਾਂ ਆਪ ਕਹਿਣਾ ਕੀਤਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਐਸੇ ਕਾਰਜ ਕਰਨਾ ਕਰਨਗੇ ਇਸ ਸੰਸਾਰ ਦੇ ਵਿੱਚ ਆ ਕਰਕੇ ਜਿਨ੍ਹਾਂ ਦੀ ਮਿਸਾਲ ਕਿਧਰੇ ਨਹੀਂ ਹੋਇਆ ਕਰਦੀ। ਸੋ ਇਹਨਾਂ ਦੇ ਗ੍ਰਹਿ ਵਿਖੇ ਇੱਕ ਐਸੇ ਮਹਾਬਲੀ ਪੈਦਾ ਹੋਣਗੇ ਜਿਨ੍ਹਾਂ ਨੇ ਐਸੇ ਕਾਰਜ ਕਰਨੇ ਨੇ ਜਿਸ ਦੀ ਮਿਸਾਲ ਕਿਧਰੇ ਨਹੀਂ ਮਿਲਿਆ ਕਰਦੀ। ਗੁਰਸੰਗਤ ਜੀ ਪਹਿਲਾ ਕਾਰਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਕਰਨਾ ਕੀਤਾ। ਜਦੋਂ ਸੀਸਗੰਜ ਸਾਹਿਬ ਜੀਆਂ ਦੀ ਧਰਤੀ ਦੇ ਉੱਤੇ ਸੀਸ ਧੜ ਨਾਲੋਂ ਅਲੱਗਾ ਹੋਇਆ, ਅੱਜ ਦੇ ਜ਼ਮਾਨੇ ਵਿੱਚ ਜਦੋਂ ਗੁਰਸੰਗਤ ਜੀ ਇੱਕ ਭਰਾ ਵਾਸਤੇ ਕੁਝ ਨਹੀਂ ਵਾਰਦਾ, ਉੱਥੇ ਮਹਾਰਾਜ ਜੀਆਂ ਨੇ ਆਪਣਿਆਂ ਲਈ ਨਹੀਂ ਦੂਸਰਿਆਂ ਦਾ ਧਰਮ ਬਚਾਉਣ ਖਾਤਰ ਆਪਣੇ ਸੀਸ ਨੂੰ ਕੁਰਬਾਨ ਕਰਨਾ ਕੀਤਾ। ਸੋ ਦਸਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਸੰਪੂਰਨ ਸਰਬੰਸ ਨੂੰ ਵਾਰਨਾ ਕੀਤਾ। ਇੱਥੇ ਗੁਰਸੰਗਤ ਜੀ ਅਸੀਂ ਸਰਬੰਸ ਕਹਿ ਦਿੰਨੇ ਆ। ਆਪ ਮਾਤਾ ਗੁਜਰੀ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਛੋਟੇ ਸਾਹਿਬਜ਼ਾਦਿਆਂ ਜੀ ਤੇ ਮਹਾਰਾਜ ਜੀਆਂ ਦੇ ਮਹਿਲ ਨੂੰ ਅਸੀਂ ਸਰਬੰਸ ਕਹਿ ਦਿੰਨੇ ਆ, ਪਰ ਗੁਰਸੰਗਤ ਜੀ ਮਹਾਰਾਜ ਜੀਆਂ ਨੇ ਚੌਪਈ ਸਾਹਿਬ ਜੀਆਂ ਦੇ ਵਿੱਚ ਕਹਿਣਾ ਕੀਤਾ ਕਿ ਸਰਬੰਸ ਦੇ ਵਿੱਚ ਉਹ ਸਿੱਖ ਵੀ ਨੇ। ਆਪਣੇ ਸਿੱਖਾਂ ਨੂੰ ਵੀ ਯਾਦ ਕਰੋ, ਸੇਵਕ ਸਿੱਖ ਸਭੈ ਕਰਤਾਰਾ, ਸੋ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਭਾਵ ਕਿ ਉਹ ਸਿੱਖ ਵੀ ਨੇ, ਸਾਡੇ ਸੇਵਕ ਵੀ ਸਾਡੇ ਸਰਬੰਸ ਦਾ ਹੀ ਰੂਪ ਨੇ। ਸੋ ਆਪ ਮਹਾਰਾਜ ਜੀਆਂ ਦੇ ਮਹਿਲਾਂ ਤੱਕ ਸਾਹਿਬਜ਼ਾਦਿਆਂ ਤੱਕ ਹੀ ਪਿਤਾ ਜੀ ਤੇ ਮਾਤਾ ਜੀ ਤੱਕ ਹੀ ਅਸੀਂ ਸਰਬੰਸ ਨੂੰ ਸੀਮਿਤ ਨਹੀਂ ਰੱਖਣਾ। ਅਸੀਂ ਆਪ ਗੁਰਸੰਗਤ ਜੀ ਸੇਵਕ ਤੇ ਸਿੱਖ ਜੋ ਮਹਾਰਾਜ ਜੀਆਂ ਦੇ ਜਿਨ੍ਹਾਂ ਨੇ ਸੇਵਾ ਕਰਨਾ ਕੀਤੀ ਹੈ ਉਹ ਵੀ ਸਰਬੰਸ ਦਾ ਹੀ ਰੂਪ ਨੇ। ਸੋ ਆਪ ਉਹਨਾਂ ਨੂੰ ਵੀ ਯਾਦ ਕਰਨਾ ਹੈ। ਤਾਂ ਆਪ ਗੁਰਸੰਗਤ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੱਸਣਾ ਕੀਤਾ ਕਿ ਅਸੀਂ ਇਹਨਾਂ ਕਾਰਨਾਂ ਕਰਕੇ ਵੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਪਿਆਰ ਕਰਦੇ, ਸਾਰਿਆਂ ਨਾਲ ਪਿਆਰ ਕਰਦੇ ਸਨ। ਗੁਰਸੰਗਤ ਜੀ ਆਪ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨਾਲ ਵੀ ਬਹੁਤਾ ਪਿਆਰ ਕਰਨਾ ਕੀਤਾ। ਸੋ ਆਪ ਹੁਣ ਮਹਾਰਾਜ ਸੱਚਖੰਡ ਗਮਨ ਕਰਨਾ ਕਰ ਰਹੇ ਨੇ। ਗੁਰਸੰਗਤ ਜੀ ਗੁਰਦੁਆਰਾ ਸ੍ਰੀ ਪਾਤਾਲਪੁਰੀ ਸਾਹਿਬ ਜੀਆਂ ਦੀ ਧਰਤੀ ਦੇ ਉੱਤੇ ਮਹਾਰਾਜ ਜੀਆਂ ਨੇ ਆਪ ਸੱਚਖੰਡ ਪਿਆਨਾ ਕਰਨਾ ਕੀਤਾ। ਮਹਾਰਾਜ ਜੀਆਂ ਨੇ ਆਖਣਾ ਕੀਤਾ ਸੀ ਕਿ ਅਸਥਾਨਾਂ ਨੂੰ ਨਾ ਖੋਲਿਆ ਜਾ ਗੁਰਸੰਗਤ ਜੀ ਜਦੋਂ ਮਹਾਰਾਜ ਜੀਆਂ ਨੇ ਪਿਆਨਾ ਕੀਤਾ ਨਾ ਤੇ ਸੋਹਣਾ ਬਿਬਾਨ ਤਿਆਰ ਕੀਤਾ ਗਿਆ। ਬਿਬਾਨ ਤਿਆਰ ਕਰਨ ਉਪਰੰਤ ਗੁਰਸੰਗਤ ਜੀ ਉਸ ਸਮੇਂ ਆਕਾਸ਼ ਦਾ ਜੋ ਰੰਗ ਸੀ ਗੁਲਾਬ ਵਰਗਾ ਲਾਲ ਸੀ ਤੇ ਸੋਹਣੀ ਤੇ ਆਪ ਹਵਾ ਚੱਲਿਆ ਕਰਦੀ, ਮਧੁਰ ਮਿੱਠੀ ਹਵਾ ਚੱਲ ਰਹੀ ਸੀ। ਸੋ ਆਪ ਮਹਾਰਾਜ ਜੀਆਂ ਦਾ ਬਿਬਾਨ ਤਿਆਰ ਹੋਇਆ। ਗੁਰਸੰਗਤ ਜੀ ਆਪ ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀਆਂ ਨੇ ਸੰਸਕਾਰ ਕਰਨਾ ਕੀਤੇ ਨੇ ਤੇ ਸੰਸਕਾਰ ਕਰਨ ਉਪਰੰਤ ਹੁਣ ਕੁਝ ਇੱਕ ਸਿੱਖ ਗੁਰਸੰਗਤ ਜੀ ਮਹਾਰਾਜ ਜੀਆਂ ਦੇ ਨਾਲ ਪ੍ਰੇਮ ਕਰਦੇ ਨੇ ਨਾ, ਤੇ ਬਲ ਦੀ ਚਿਖਾ ਦੇ ਉੱਪਰ ਵੀ ਆਪਣੇ ਆਪ ਨੂੰ ਆਪ ਪਾਉਣਾ ਕੀਤਾ ਤੇ ਬਹੁਤੇ ਸਿੱਖ ਤਿਆਰ ਹੋ ਗਏ। ਜਿਸ ਪਿਆਰੇ ਸਿਓ ਨੇਹ
ਤਿਸ ਆਗੇ ਮਰ ਚੱਲੀਐ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਸੋ ਆਪ ਗੁਰਸੰਗਤ ਜੀ ਇਸ ਵਿਧੀ ਦੇ ਨਾਲ ਅਨੇਕਾਂ ਹੀ ਸਿੰਘ ਤਿਆਰ ਹੋ ਗਏ, ਪਰ ਗੁਰਸੰਗਤ ਜੀ ਛੇਵੇਂ ਪਾਤਸ਼ਾਹ ਜੀਆਂ ਦੇ ਚਿਖਾ ਦੇ ਉੱਪਰ ਬਾਕੀ ਜੋ ਸਿੰਘ ਸਨ ਉਹਨਾਂ ਨੂੰ ਸੱਤਵੇਂ ਪਾਤਸ਼ਾਹ ਜੀਆਂ ਨੇ ਰੋਕਣਾ ਕੀਤਾ। ਸੋ ਇਸ ਤਰੀਕੇ ਦੇ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚਖੰਡ ਪਿਆਨਾ ਕੀਤੇ ਸਨ। ਸੋ ਗੁਰਸੰਗਤ ਜੀ ਮਹਾਰਾਜ ਜੀਆਂ ਦਾ ਇਤਿਹਾਸ ਵਿਚਾਰ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਲੇਖੇ ਕਥੈ ਨਾ ਛੂਟੀਐ ਖਿਨ ਖਿਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ। ਨਾਨਕ ਪਾਰ ਉਤਾਰ ਜੀਆਂ ਦੇ ਮਹਾਵਾਕ ਅਨੁਸਾਰ ਇੱਧਰ ਹੀ ਸਮਾਪਤੀ ਹੈ। ਮਹਾਰਾਜ ਜੀਆਂ ਦੀਆਂ ਸਿੱਖਿਆਵਾਂ ਸਾਡੇ ਹਿਰਦੇ ਵਿੱਚ ਵਸਣ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਰਾਜ ਬਖਸ਼ਣ ਯੋਗ ਨੇ। ਮਹਾਰਾਜ ਜੀ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਫਤਿਹ ਗਜਾ ਕਰਕੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।